ਇੰਸਟਾਲਮੈਂਟ ਸਟਾਰਟ ਕਰ ਰਹੇ ਹਾਂ ਜੀ। ਤੇ ਇਸ ਜੋ ਇਹ ਚੈਪਟਰ ਹੈ ਇਸ ਦੇ ਵਿੱਚ ਦੋ ਤਰ੍ਹਾਂ ਦੀ ਇੰਸਟਾਲਮੈਂਟ ਲੱਗਦੀ ਹੈ। ਇੱਕ ਤਾਂ ਸਿੰਪਲ ਇੰਟਰਸਟ ਦੇ, ਇੱਕ ਆਪਣੇ ਕੋਲ ਲੱਗਦੀ ਹੈ ਕੰਪਾਊਂਡ ਇੰਟਰਸਟ। ਤਾਂ ਇਸ ਇੰਸਟਾਲਮੈਂਟ ਦੇ ਲਈ ਆਪਾਂ ਨੇ ਕੋਈ ਵੀ ਫਾਰਮੂਲਾ ਵਗੈਰਾ ਯਾਦ ਨਹੀਂ ਕਰਨਾ। ਆਪਾਂ ਬਿਲਕੁਲ ਇੱਕ ਬੇਸਿਕ ਅਪਰੋਚ ਨਾਲ ਸਟਾਰਟ ਕਰਾਂਗੇ ਇਸ ਚੈਪਟਰ ਨੂੰ। ਉਸ ਤੋਂ ਬਾਅਦ 'ਚ ਇਹਦਾ ਇਹਦਾ ਬੇਸਿਕ ਸਮਝ ਕੇ ਉਸ ਤੋਂ ਬਾਅਦ ਜੋ ਇਹਦੇ ਕੁਐਸਚਨ ਨੇ ਉਸ ਨੂੰ ਆਪਾਂ ਸੋਲਵ ਕਰਾਂਗੇ। ਤਾਂ ਇਸ ਦੀਆਂ ਕਮ ਸੇ ਕਮ 2 ਲੈਕਚਰ ਦਾ ਬਣਨਗੇ ਜੀ। ਤਾਂ ਕਿ ਇੱਕ ਸਿੰਪਲ ਇੰਟਰਸਟ ਦੀ ਇੰਸਟਾਲਮੈਂਟ, ਇੱਕ ਕੰਪਾਊਂਡ ਇੰਟਰਸਟ ਦੀ ਇੰਸਟਾਲਮੈਂਟ। ਤੇ ਉਸ ਤੋਂ ਬਾਅਦ ਇੱਕ ਟੌਪਿਕ ਹੋਰ, ਇਸ ਤੋਂ ਬਾਅਦ ਇੱਕ ਥਰਡ ਵੀਡੀਓ ਹੋਰ ਹੋਊਗੀ ਜਿਹਦੇ ਵਿੱਚ ਕੀ ਹੋਊਗਾ, ਮਤਲਬ ਕਿ ਇੰਸਟਾਲਮੈਂਟ ਬੇਸ ਦੇ ਕੁਐਸਚਨ ਹੋਣਗੇ। ਮਤਲਬ ਕਿ ਇੰਸਟਾਲਮੈਂਟ ਨਹੀਂ ਹੋਊਗੀ, ਉਸ ਟਾਈਪ ਦੇ ਕੁਐਸਚਨ ਨੇ ਜੋ ਕਿ ਐਗਜ਼ਾਮ ਦੇ ਵਿੱਚ ਆ ਰਹੇ ਨੇ ਹੈਗੇ ਪਿਛਲੇ 2 ਸਾਲ ਤੋਂ, ਉਹ ਵੀ ਆਪਾਂ ਦੇਖਾਂਗੇ। ਤਾਂ ਆਪਾਂ ਸਿੰਪਲ ਇੰਟਰਸਟ ਦੀ ਇੰਸਟਾਲਮੈਂਟ ਜੋ ਹੈ ਉਹ ਆਪਾਂ ਸਟਾਰਟ ਕਰ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਜੋ ਇਹਨਾਂ ਦੀ ਬੇਸਿਕ ਥਿਊਰੀ ਹੈ ਉਹ ਬਿਲਕੁਲ ਸੇਮ ਹੈ। ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਦੀ ਥਿਊਰੀ ਸੇਮ ਹੈ, ਬਸ ਸਿਰਫ ਫਾਰਮੂਲੇ ਦੇ ਵਿੱਚ ਡਿਫਰੈਂਸ ਹੋ ਜਾਊਗਾ ਅੱਗੇ ਜਾ ਕੇ, ਕਿਉਂਕਿ ਐਸਆਈ ਦਾ ਜੋ ਫਾਰਮੂਲਾ ਹੈ ਉਹ ਹੋਰ ਤਰ੍ਹਾਂ ਦਾ ਹੁੰਦਾ ਹੈ, ਆਪਣਾ ਇੰਟਰਸਟ ਨਿਕਾਲਣ ਦਾ। ਕੰਪਾਊਂਡ ਦਾ ਹੋਰ ਤਰ੍ਹਾਂ ਦਾ ਫਾਰਮੂਲਾ ਹੁੰਦਾ। ਤਾਂ ਆਪਾਂ ਸਟਾਰਟ ਕਰਦੇ ਹਾਂ ਜੀ ਸਿੰਪਲ ਇੰਟਰਸਟ। ਪਹਿਲਾਂ ਮਤਲਬ ਇਹਦੀ ਪਹਿਲਾਂ ਬੇਸਿਕ ਨੌਲੇਜ ਜੋ ਹੈ, ਇੰਸਟਾਲਮੈਂਟ ਕਿਉਂ ਲੱਗਦੀ ਹੈ, ਕਿਵੇਂ ਲੱਗਦੀ ਹੈ, ਉਹ ਚੀਜ਼ ਆਪਾਂ ਦੇਖਦੇ ਹਾਂ। ਦੇਖੋ ਜੀ, ਸਭ ਤੋਂ ਪਹਿਲਾਂ ਆਪਣੇ ਕੋਲ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਇਹਨੂੰ ਸਟਾਰਟ ਕਰ ਦਿਆਂਗੇ। ਇਸ 'ਚ ਕੁਝ ਟਰਮਸ ਹੁੰਦੀਆਂ ਨੇ, ਜਿਵੇਂ ਦੋ ਪਰਸਨ ਨੇ ਐਕਸ ਤੇ ਵਾਈ। ਐਕਸ ਨੇ ਵਾਈ ਤੋਂ ਲੋਨ ਲਿਆ, ਠੀਕ ਹੈ ਜੀ। ਐਕਸ ਨੇ ਵਾਈ ਤੋਂ ਲੋਨ ਲਿਆ, ਮੰਨ ਲਓ ਕਿੰਨੇ ਦਾ ਲੋਨ ਲਿਆ, 10,000 ਰੁਪੀਜ਼ ਦਾ, ਠੀਕ ਹੈ ਜੀ। ਵਾਈ ਨੇ ਲੋਨ ਦਿੱਤਾ ਐਕਸ ਨੂੰ 10,000 ਰੁਪੀਜ਼। ਇਸ ਚੀਜ਼ ਨੂੰ ਬੋਲਿਆ ਜਾਂਦਾ ਹੁੰਦਾ ਡਿਊ ਅਮਾਊਂਟ। ਡਿਊ ਅਮਾਊਂਟ ਤੁਹਾਨੂੰ ਪੇਪਰ 'ਚ ਲਿਖ ਕੇ ਆ ਸਕਦਾ ਵੀ ਇੰਨੀ ਡਿਊ ਅਮਾਊਂਟ ਹੈ। ਉਸ ਤੋਂ ਬਾਅਦ ਤਾਂ ਹੁਣ ਐਕਸ ਨੇ ਉਸ ਨੂੰ ਕੀ ਹੈ ਵੀ 3 ਸਾਲ ਦੇ ਵਿੱਚ ਵਾਪਿਸ ਕਰਨਾ ਹੋਊਗਾ ਇਸ ਲੋਨ ਨੂੰ। 3 ਸਾਲ 'ਚ ਵਾਪਿਸ ਕਰਨਾ, ਤਾਂ ਟਾਈਮ ਕਿੰਨਾ ਆ ਗਿਆ, 3 ਸਾਲ। ਮਤਲਬ ਕਿ ਉਹਨੇ ਵਾਪਿਸ ਕਿਵੇਂ ਕਰਨਾ, ਉਹਨੇ ਹਰ ਸਾਲ ਬਾਅਦ ਇੰਸਟਾਲਮੈਂਟ ਪੇ ਕਰਨੀ ਹੈਗੀ, ਜਿਹੜੀ ਕਿ ਇੱਕੋ ਇੰਸਟਾਲਮੈਂਟ ਪੇ ਕਰਨੀ ਹੈ ਉਹਨੇ ਐਕਸ ਨੇ ਵਾਈ ਨੂੰ। ਤਾਂ ਆਪਾਂ ਉਹ ਇੰਸਟਾਲਮੈਂਟ ਫਾਈਂਡ ਕਰਨੀ ਹੈ ਵੀ ਕਿਵੇਂ ਆਪਾਂ ਕਰ ਸਕਦੇ ਹਾਂ। ਉਸ ਤੋਂ ਬਾਅਦ ਜੋ ਇਸਦੀ ਰੇਟ ਹੈ, ਜੋ ਇਹਦੀ ਰੇਟ ਕਿੰਨੀ ਹੈ, 10% ਇਹਦੀ ਰੇਟ, ਮਤਲਬ ਕਿ ਜੋ ਇੰਟਰਸਟ ਰੇਟ ਕਿੰਨੀ ਹੈ, 10%। ਤਾਂ ਹੁਣ ਦੇਖੋ, ਜੇ ਆਪਾਂ ਐਸਆਈ ਦੀ ਗੱਲ ਕਰੀਏ, ਸਿੰਪਲ ਇੰਟਰਸਟ ਦੀ, ਜੇ ਮੰਨ ਲਓ ਆਪਾਂ ਨੇ ਕੋਈ 10,000 ਰੁਪਏ ਆਪਾਂ 3 ਸਾਲ ਦੇ ਟਾਈਮ ਤੇ ਆਪਾਂ ਨੇ ਦਿੱਤੇ ਕਿਸੇ ਨੂੰ 10% ਦੀ ਰੇਟ ਤੇ, ਤਾਂ ਐਂਡ ਦੇ ਵਿੱਚ ਜਿਹੜੀ ਅਮਾਊਂਟ ਬਣੂਗੀ, ਮਤਲਬ ਕਿ ਜਿਹੜਾ ਇੰਟਰਸਟ ਲੱਗੂਗਾ 3 ਸਾਲ ਦਾ, ਸਿੰਪਲ ਇੰਟਰਸਟ ਕਿੰਨਾ ਹੋ ਜਾਊਗਾ ਜੀ, 30% ਹੋ ਜਾਊਗਾ 10,000 ਦਾ, ਮਤਲਬ ਕਿੰਨਾ ਹੋ ਜਾਊਗਾ, ਇਹ ਬਣ ਜਾਊਗਾ 3,000 ਰੁਪਏ ਬਣ। ਤਾਂ ਟੋਟਲ ਕਿੰਨੇ ਅਮਾਊਂਟ ਪੇ ਕਰੂਗਾ ਜੇ ਉਹ 3 ਸਾਲ ਦੇ ਐਂਡ ਦੇ ਵਿੱਚ ਐਕਸ ਵਾਈ ਨੂੰ ਪੇ ਕਰਦਾ, ਤਾਂ ਉਹ ਪੇ ਕਰਦਾ 10,000 ਪਲੱਸ 3,000, 13,000 ਰੁਪਏ ਉਹਨੂੰ ਪੇ ਕਰਦਾ। ਬਟ 13,000 ਨੂੰ ਆਪਾਂ ਕੀ ਲਿਖਾਂਗੇ, ਇਹਨੂੰ ਲਿਖਾਂਗੇ ਆਪਾਂ ਡੈਟ, ਠੀਕ ਹੈ ਜੀ। ਇਸ ਨੂੰ ਆਪਾਂ ਲਿਖਾਂਗੇ ਡੈਟ, ਮਤਲਬ ਕਿ ਇਹ ਮਤਲਬ ਹੁੰਦਾ ਦੇਣਦਾਰੀ। ਇਸ ਤੋਂ ਅੱਗੇ ਦੇਖੋ, ਇਸ ਤੋਂ ਬਾਅਦ ਜੋ ਨੈਕਸਟ ਆਪਣੇ ਕੋਲ ਹੁਣ ਆਪਾਂ ਦੇਖਣਾ ਵੀ ਉਹ ਪੇ ਕਿਵੇਂ ਕਰੂਗਾ। ਉਹਨੇ 13,000 ਰੁਪਇਆ, ਮਤਲਬ ਕਿ ਜੇ ਉਹ 3 ਸਾਲਾਂ ਬਾਅਦ ਪੇ ਕਰਦਾ ਤਾਂ ਉਹ 13,000 ਰੁਪਇਆ ਪੇ ਕਰਦਾ। ਬਟ ਹੁਣ ਜਿਹੜਾ ਐਕਸ ਹੈ, ਹੁਣ ਦੇਖੋ ਜੀ, ਤੁਸੀਂ ਇੱਕ ਚੀਜ਼ ਸੋਚੋ, ਮੰਨ ਲਓ ਤੁਸੀਂ ਕਿਸ ਤੋਂ ਇੰਟਰਸਟ ਲੈ ਲਿਆ, 10,000 ਰੁਪਇਆ ਲਿਆ ਤੁਸੀਂ 3 ਸਾਲ ਦੇ ਲਈ 10% ਦੇ ਰੇਟ ਤੇ, ਤੁਸੀਂ ਉਹਨੂੰ 3 ਸਾਲਾਂ ਬਾਅਦ 13,000 ਪੇ ਕਰੋਗੇ। ਬਟ ਜੇ ਤੁਸੀਂ ਉਹਨੂੰ 1 ਸਾਲ ਬਾਅਦ ਕੁਛ ਪੈਸੇ ਦੇ ਕੇ ਆਉਂਦੇ ਹੋ, ਤਾਂ ਤੁਸੀਂ ਤਾਂ ਇਹ ਵੀ ਗੱਲ ਕਹੋਗੇ ਨਾ ਕਿ ਜੋ ਉਹਦਾ ਇੰਟਰਸਟ ਹੈ ਨੈਕਸਟ ਦੋ ਸਾਲ ਦਾ, ਉਹ ਵੀ ਮੇਰਾ ਲੈਸ ਕਰੋ। ਦੇਖੋ ਜੀ, ਐਗਜ਼ਾਮਪਲ ਕੀ ਹੈ, ਮੈਂ ਤੁਹਾਨੂੰ ਦੁਬਾਰਾ ਦੱਸਦਾ। 10,000 ਰੁਪਇਆ ਜੇ ਆਪਾਂ ਕਿਸ ਤੋਂ ਲਿਆ, ਤਾਂ 3 ਸਾਲ ਬਾਅਦ ਆਪਣਾ ਉਹ ਬਣਨਾ ਸੀਗਾ 13,000। ਤਾਂ ਜੇ ਮੈਂ 1 ਸਾਲ ਦੀ ਗੱਲ ਕਰਾਂ ਤਾਂ 1 ਸਾਲ ਬਾਅਦ ਕਿੰਨਾ ਬਣ ਜਾਊਗਾ, 1,000 ਪਲੱਸ ਇਹਦੇ 1 ਸਾਲ ਦਾ ਇੰਟਰਸਟ ਕਿੰਨਾ ਹੋ ਗਿਆ, 1,000 ਰੁਪਇਆ ਹੋ ਗਿਆ, 11,000। ਆਫਟਰ 1 ਈਅਰ ਕਿੰਨਾ ਬਣ ਜਾਊਗਾ, 11,000। ਹੁਣ ਜੇ ਤੁਸੀਂ ਇੱਕ ਸਾਲ ਬਾਅਦ ਮੰਨ ਲਓ ਤੁਸੀਂ 4,000 ਰੁਪਏ ਦੀ, ਜਾਂ ਫਿਰ ਕੀ ਹੈ 3,000 ਰੁਪਏ ਤੁਸੀਂ ਇੰਟਰਸਟ ਪੇ ਕਰਤਾ, ਜਾਂ 3,500 ਰੁਪਇਆ ਤੁਸੀਂ ਉਹਨੂੰ ਇੱਕ ਇੰਸਟਾਲਮੈਂਟ ਪੇ ਕਰਤੀ ਮੰਨ ਲਓ, ਤਾਂ ਪਿੱਛੇ ਕਿੰਨਾ ਬਚ ਗਿਆ ਜੀ, 7,500 ਬਚ ਗਿਆ। ਤਾਂ ਹੁਣ ਇਹਦੇ ਉੱਪਰ ਹੀ ਲੱਗੂਗਾ ਇੰਟਰਸਟ, ਮਤਲਬ ਕਿ ਇਹ 3,500 ਦੇ ਉੱਪਰ ਇੰਟਰਸਟ ਨਹੀਂ ਲੱਗੂਗਾ, ਕਿ ਇਹ ਤਾਂ ਆਪਾਂ 1 ਸਾਲ ਬਾਅਦ ਪੇ ਕਰਤੀ। ਤਾਂ 7,500 ਤੇ ਸਿਰਫ ਜਿਹੜਾ ਨੈਕਸਟ ਈਅਰ ਦਾ ਇੰਟਰਸਟ ਹੈ ਉਹ ਲੱਗੂਗਾ, ਅਗਲੇ 2 ਸਾਲਾਂ ਦਾ, ਮਤਲਬ ਕਿ ਇਹਦੇ ਉੱਪਰ ਇੰਟਰਸਟ ਨਹੀਂ ਲੱਗੂਗਾ, ਠੀਕ ਹੈ ਜੀ। ਤਾਂ ਆਹ ਇੱਕ ਚੀਜ਼ ਹੈ।
ਤਾਂ ਹੁਣ ਦੇਖੋ ਮੈਂ ਕੀ ਕਰ ਰਿਹਾ, ਮੈਂ ਜੋ ਉਰੇ ਜੋ ਮੇਰੇ ਕੋਲ ਰੇਟ ਹੈ ਉਹ ਇੱਕ ਇੰਪੋਰਟੈਂਟ ਫੈਕਟਰ ਹੈ ਕਿਸੇ ਵੀ ਕੁਐਸਚਨ ਨੂੰ ਸੋਲਵ ਕਰਨ ਦੇ। ਤਾਂ ਹੁਣ ਦੇਖੋ ਮੈਂ ਇੰਸਟਾਲਮੈਂਟ ਨੂੰ ਕੀ ਮੰਨੂਗਾ, ਜਿਹੜੀ ਮੇਰੀ ਹਰ ਸਾਲ ਮੈंने ਇੰਸਟਾਲਮੈਂਟ ਪੇ ਕਰਨੀ ਹੈ ਐਟ ਦਾ ਐਂਡ ਆਫ ਐਵਰੀ ਈਅਰ, ਉਹ ਮੇਰੀ ਕਿੰਨੀ ਹੈ 100x ਹੈ। ਆਪਾਂ ਇੰਸਟਾਲਮੈਂਟ ਨੂੰ ਸਪੋਜ਼ ਕਰ ਲਿਆ 100x, मतलब कि मैं एट द एंड ऑफ 1 ईयर, एट द एंड ऑफ 1 ईयर मैं किन्ने पैसे दे के आऊँगा जी ਉਹਨੂੰ 100x रुपीज़ ਦੇ ਆਊਂਗਾ। ਤਾਂ ਹੁਣ ਮੈਂ ਉਹਨੂੰ ਕੀ ਕਹੂੰਗਾ ਵੀ ਕਿ ਜਿਹੜਾ 100x ਦੇ ਉੱਪਰ ਜਿਹੜਾ ਇੰਟਰਸਟ ਹੈ ਨੈਕਸਟ 2 ਸਾਲ ਦਾ, ਹੁਣ ਦੇਖੋ ਜੀ ਜੇ ਮੈਂ ਐਟ ਦਾ ਐਂਡ ਆਫ 1 ਈਅਰ 100x ਦਿੱਤਾ ਤਾਂ ਉਹ ਐਟ ਦਾ ਐਂਡ ਆਫ ਕੇ 3 ਈਅਰ ਕਿੰਨੇ ਪੈਸੇ ਬਣ ਜਾਣਗੇ ਜੀ ਇਹ ਐਟ ਦਾ, ਜੇ ਮੈਂ ਉਹਨੂੰ 1 ਸਾਲ ਬਾਅਦ 100x ਦੇ ਕੇ ਆਵਾਂ ਤਾਂ 3 ਸਾਲਾਂ ਬਾਅਦ ਕਿੰਨੇ ਬਣਨਗੇ ਜੀ ਉਹ, ਜੇ ਰੇਟ 10% ਹੈ ਤਾਂ 120x ਬਣ ਜਾਣਗੇ, ਕਿਉਂਕਿ 20% ਉਹਦੇ ਤੇ ਇੰਟਰਸਟ ਲੱਗ ਜਾਊਗਾ ਨੈਕਸਟ 2 ਈਅਰ ਦਾ। ਆ ਤਾਂ ਮੈਂ ਦੇ ਕੇ ਆਇਆ ਜੀ ਐਟ ਦਾ ਐਂਡ ਆਫ 1 ਈਅਰ, ਮਤਲਬ ਕਿ 1 ਸਾਲ ਤਾਂ ਮੇਰਾ ਨਿਕਲ ਗਿਆ। ਅਗਲਾ ਦੂਜਾ ਸਾਲ ਤੇ ਪੂਰਾ ਤੀਜਾ ਸਾਲ ਵਾਸਤੇ ਉਹਦੇ ਵਾਸਤੇ 2 ਸਾਲ ਹੋ ਗਏ ਜਿਹਦੇ ਵਾਸਤੇ ਰੇਟ ਕਿੰਨੀ ਹੈ 10% ਹੈ, ਤਾਂ 20% ਇੰਟਰਸਟ ਹੋਰ ਹੋ ਜਾਊਗਾ। ਮਤਲਬ ਕਿ ਉਸ ਪਰਸਨ ਦੇ ਕੋਲ ਵਾਈ ਦੇ ਕੋਲ 120x ਰੁਪਏ ਬਣ ਜਾਣਗੇ ਆਪਦੇ ਆਪ ਐਟ ਦਾ ਐਂਡ ਆਫ 3 ਈਅਰ। ਮਤਲਬ ਕਿ ਮੈਂ ਇਹਨੂੰ ਕਿਸ ਤਰੀਕੇ ਨਾਲ ਕਰ ਰਿਹਾ, ਵੈਸੇ ਤਾਂ ਦੇਖੋ ਜੀ ਮੈਨੂੰ 100x ਦੇ ਆ, ਹੁਣ 100x ਦਾ ਜੋ ਇੰਟਰਸਟ ਹੈ ਉਹ ਨਹੀਂ ਲੱਗੂਗਾ, ਜਾਂ ਮੈਂ ਇਹਨੂੰ ਐਂ ਸੋਚ ਲਾਂ ਵੀ ਤੇਰੇ ਕੋਲ ਬਈ 20x ਜਿਹੜਾ ਇੰਟਰਸਟ ਹੈ ਪੂਰਾ ਪਹੁੰਚ ਗਿਆ, ਮਤਲਬ ਕਿ ਤੇਰੇ ਕੋਲ ਜਿਹੜੇ ਮੈਂ 100x ਦੇ ਕੇ ਆਇਆ 1 ਸਾਲ ਬਾਅਦ ਤੇਰੇ ਕੋਲੇ 3 ਸਾਲਾਂ ਬਾਅਦ 120x ਬਣ ਜਾਊਗਾ। ਤਾਂ ਮੈਂ ਸੋਚੂੰਗਾ ਵੀ ਉਸਦੇ ਕੋਲੇ 3 ਸਾਲਾਂ ਬਾਅਦ 120x ਪੈਸੇ ਪਹੁੰਚ ਗਏ, ਮੈਂ ਦੇ ਕੇ ਤਾਂ 100x ਆਇਆ ਸੀ ਪਰ ਉਹ ਆਪਣੇ ਆਪ ਇੰਟਰਸਟ ਲੱਗ ਕੇ 120x ਪਹੁੰਚ ਗਏ, ਕਿਉਂਕਿ ਜਿੰਨੇ ਮੈਨੂੰ ਹੁਣ ਦੇਖੋ, ਜਾਂ ਫਿਰ ਇਹਨੂੰ ਤੁਸੀਂ ਐਵੇਂ ਸਮਝ ਲਓ ਕਿ ਮੈਨੂੰ 100x ਦੇ ਉੱਪਰ ਜਿਹੜਾ ਅਗਲੇ 2 ਸਾਲ ਦਾ ਇੰਟਰਸਟ ਸੀ ਉਹ ਕਿੰਨਾ ਸੀਗਾ 20x ਸੀਗਾ, ਕਿ ਜ਼ਿਆਦਾ ਮੈਨੂੰ ਉਹ ਲੈਸ ਕਰ ਦਿੰਦਾ ਇੰਟਰਸਟ ਨੂੰ। ਮਤਲਬ ਕਿ ਜੇ ਮੈਂ ਉਹਦੇ ਪੈਸੇ ਦੇਣੇ ਸੀਗੇ 13,000 ਦੇਣੇ ਸੀ, ਮੈਨੂੰ 13,000 ਦੇ ਵਿੱਚੋਂ 20x ਲੈਸ ਕਰਦਾ ਉਹ। ਜਾਂ ਫਿਰ ਮੈਂ ਉਹਨੂੰ ਐਂ ਸਮਝ ਲਿਆ ਵੀ ਤੇਰੇ ਪੈਸੇ 3 ਸਾਲ ਬਾਅਦ ਕੀ ਹੋ ਜਾਊਗਾ 20x ਐਡ ਹੋ ਜਾਣਗੇ ਤੇਰੇ ਆਪਦੇ ਆਪ, ਵੀ ਜਿਹੜਾ ਮੈਂ ਤੈਨੂੰ 100x ਹੁਣ ਦਿੱਤਾ ਤੇਰਾ 120x ਬਣ ਜਾਊਗਾ। ਤਾਂ ਆਪਾਂ ਮੰਨਾਂਗੇ ਜੀ ਉਸਦੇ ਕੋਲ 120x ਪੈਸੇ ਪਹੁੰਚ ਚੁੱਕੇ ਉਸ ਪਰਸਨ ਦੇ ਕੋਲ। ਫਿਰ ਮੈਂ ਐਟ ਦਾ ਐਂਡ ਆਫ 2 ਈਅਰ ਮੈਨੂੰ 100x ਫਿਰ ਦੇ ਕੇ ਆਊਂਗਾ ਜੀ। ਹੁਣ 2 ਸਾਲ ਦੇ ਐਂਡ ਬਾਅਦ ਦੇ ਕੇ ਆਏ ਹਾਂ ਤਾਂ ਤੀਜੇ ਸਾਲ ਦੇ ਐਂਡ ਤੱਕ ਕਿੰਨੇ ਬਣ ਜਾਣਗੇ 10x ਹੋਰ ਬਚ ਜਾਣਗੇ, ਮਤਲਬ ਕਿ 110x ਪੈਸੇ ਉਸਦੇ ਕੋਲ ਹੋਰ ਪਹੁੰਚ ਗਏ। ਫਿਰ ਉਹਨੂੰ ਮੈਂ ਲਾਸਟ ਵਿੱਚ ਕਿੰਨੇ ਦੇ ਕੇ ਆਊਂਗਾ 100x ਫਿਰ ਦੇ ਆਇਆ ਉਹਨੂੰ। ਦੇਖੋ ਜੀ ਦੇ ਕੇ ਤਾਂ ਮੈਂ 300x ਆਇਆ ਪਰ ਉਹ 330x ਹੁਣ ਬਣ ਗਏ ਟੋਟਲ, ਠੀਕ ਹੈ ਜੀ। ਤਾਂ ਜਦੋਂ ਮੈਂ 330x ਦੇ ਆਇਆ ਮੇਰੀ ਸਾਰੇ ਜਿਹੜਾ ਮੇਰਾ ਡੈਟ ਸੀਗਾ ਉਹ ਮੇਰਾ ਕੀ ਹੋ ਗਿਆ ਬੈਲੈਂਸ ਹੋ ਗਿਆ। ਤਾਂ ਹੁਣ ਮੇਰੇ ਕੋਲ x ਦੀ ਵੈਲਿਊ ਕਿੰਨੀ ਆ ਜਾਊਗੀ 13,000 ਨੂੰ 330 ਤੇ ਮੈਂ ਡਿਵਾਈਡ ਕਰ ਦੂੰਗਾ। ਮੈंने इंस्टॉलमेंट सपोज की थी 100x, तो मैं 100 की वैल्यू पता करूँगा 100x इंटू कर दूंगा 100, तो मेरे को जो भी आंसर आऊगा कैंसिल करके मेरे को की आ जाऊ मेरी इंस्टॉलमेंट आ जाऊ। ਤਾਂ ਇਸ ਤਰੀਕੇ ਨਾਲ ਆਪਾਂ ਇਹਨਾਂ ਸਾਰੇ ਕੁਐਸਚਨਸ ਨੂੰ ਆਪਾਂ ਕਰ ਸਕਦੇ ਹਾਂ ਇੰਸਟਾਲਮੈਂਟ ਨਾਲ, ਠੀਕ ਹੈ ਜੀ। ਤਾਂ ਹੁਣ ਇਹਦੀਆਂ ਕੁਝ ਐਗਜ਼ਾਮਪਲਸ ਨੇ ਉਹ ਆਪਾਂ ਦੇਖਦੇ ਆਂਗੇ, ਕਿਉਂਕਿ ਐਗਜ਼ਾਮਪਲਸ ਦੇ ਨਾਲ ਕੁਐਸਚਨ ਆਪਣੇ ਕੋਲ ਜੋ ਕੁਐਸਚਨ ਨੇ ਕੁਐਸਚਨ ਨਾਲ ਆਪਣੇ ਕੋਲ ਕਨਸੈਪਟ ਪੂਰਾ ਕਲੀਅਰ ਹੋਊਗਾ। ਤਾਂ ਇਹਦੇ 8 ਤੋਂ 9 ਕੁਐਸਚਨ ਹੋਣਗੇ ਜਾਂ 8 ਨੇ ਜਾਂ 9 ਕੁਐਸਚਨ ਨੇ ਮੇਰੇ ਧਿਆਨ 'ਚ ਨਹੀਂ। ਤਾਂ ਆਪਾਂ ਸਟਾਰਟ ਕਰਦੇ ਹਾਂ। क्वेश्चन नंबर फर्स्ट है जी पहला, देखो जी की है अपने को एन इलेक्ट्रिक आयरन इज सोल्ड फॉर ₹110 कैश और ₹50 कैश डाउन पेमेंट फॉलोड बाय ₹62 आफ्टर ए मंथ, फाइंड द रेट ऑफ इंटरेस्ट चार्ज अंडर द इंस्टॉलमेंट प्लान। देखो जी क्वेश्चन बहुत ईजी है, ਇਹਨੂੰ ਪਹਿਲਾਂ ਆਪਾਂ ਦੇਖੋ ਜੀ ਇੱਕ ਇਲੈਕਟ੍ਰਿਕ ਆਇਰਨ ਹੈ ਇੱਕ ਪ੍ਰੈਸ ਹੈ ਜਿਹਦਾ ਆਪਾਂ 110 ਰੁਪਏ ਕੈਸ਼ ਦੇ ਕੇ ਆਉਂਦੇ ਹਾਂ ਤਾਂ ਆਪਾਂ ਨੂੰ ਉਹ ਮਿਲ ਜਾਂਦੀ ਹੈ, ਜਾਂ ਫਿਰ ਕਿਵੇਂ ਦੇ ਕੇ ਆਈਏ 50 ਰੁਪਏ ਆਪਾਂ ਕੈਸ਼ ਕੀ ਕਰ ਦਈਏ ਡਾਊਨ ਪੇਮੈਂਟ ਫੋਲੋਡ ਬਾਈ ₹62 ਆਫਟਰ ਏ ਮੰਥ, ਉਸ ਤੋਂ ਬਾਅਦ 1 ਮਹੀਨੇ ਬਾਅਦ 62 ਰੁਪਏ ਹੋਰ ਦੇ ਆਈਏ ਤਾਂ ਆਪਾਂ ਨੂੰ ਕਹਿੰਦਾ ਵੀ ਕਿੰਨੇ ਪਰਸੈਂਟ ਉਹਨੇ ਜਿਹੜਾ ਰੇਟ ਹੈ ਇੰਟਰਸਟ ਚਾਰਜ ਕੀਤਾ ਹੈ ਅੰਡਰ ਦਾ ਇੰਸਟਾਲਮੈਂਟ। ਦੇਖੋ ਜੀ ਹੁਣ 110 ਤਾਂ ਆਪਣੇ ਕੋਲ ਕੀ ਸੀਗੀ ਟੋਟਲ ਅਮਾਊਂਟ ਸੀ, 50 ਕੀ ਹੋਈ ਆਪਣੇ ਕੋਲ ਡਾਊਨ ਪੇਮੈਂਟ ਹੋ ਗਈ, ਪਿੱਛੇ ਕਿੰਨੇ ਰੁਪਏ ਬਚ ਗਏ ਆਪਣੇ ਕੋਲੇ 60 ਰੁਪਏ ਬਚ ਗਏ, ਮਤਲਬ ਕਿ ਆਪਾਂ 60 ਰੁਪਏ ਉਹਦੇ ਹੋਰ ਦੇਣੇ ਨੇ ਪਰ ਆਪਾਂ ਨੇ 1 ਮਹੀਨੇ ਬਾਅਦ ਉਹਨੂੰ 62 ਰੁਪਏ ਦੇ। ਇਟ ਮੀਨਸ 60 ਰੁਪਏ ਦੇ ਉੱਪਰ 1 ਮਹੀਨੇ ਦਾ 2 ਰੁਪਏ ਇੰਟਰਸਟ ਪੈ ਗਿਆ 1 ਮਹੀਨੇ ਦਾ,
ठीक है जी। तो जो मैं 1 मंथ की मैंने घल रेट का कितनी आ जूगी, 0 ना 0 कैंसल, पूरे नीचे आ गया 3, तो 10 बाय कितनी आ गई 3% रेट आ गई फॉर 1 मंथ। पर ਆਪਾਂ ਜਿਹੜੀ ਆਪਾਂ ਰੇਟ ਨਿਕਾਲਦੇ ਹਾਂ ਇੰਟਰਸਟ ਦੀ, ਉਹ ਪਰ ਕੀ ਕਰਦੇ ਹੁੰਦੇ ਐਨਮ, ਮਤਲਬ ਕਿ 1 ਸਾਲ ਦੀ, ਮਤਲਬ ਕਿ ਮੈਂ ਉਹਨੂੰ 1 ਮਹੀਨੇ ਦੇ ਵਿੱਚ 10/3% ਪੈਸੇ ਐਕਸਟਰਾ ਦੇ ਰਿਹਾ, ਤਾਂ 12 ਮੰਥ 'ਚ ਕਿੰਨੇ ਦਊਂਗਾ ਜੀ ਮੈਂ ਉਹਨੂੰ, ਉਹ ਕੈਂਸਲ ਹੋ ਜਾਊਗਾ 40%। ਤਾਂ ਰੇਟ ਕਿੰਨੀ ਆ ਗਈ ਮੇਰੀ 40%। ਜਾਂ ਤੁਸੀਂ ਇਹਨੂੰ ਐਵੇਂ ਵੀ ਲਿਖ ਸਕਦੇ ਹੋਗੇ, ਸਿੰਪਲ PRT ਬਾਈ 100 ਲਾ ਕੇ, इंटरस्ट कितना सीगा 2 रुपये, प्रिंसीपल कितना सीगा 60 रुपये, रेट मैं पता करनी है, टाइम कितना जी मेरे को 1 मंथ, इन्होंने मैं 12 ਨਾਲ डिवाइड कर दूंगा ताकि नंबर ऑफ की बन जाए ईयर, रेट मेरे को इतनी कितनी आ जाएगी 40%। ठीक है जी, बिल्कुल बेसिक क्वेश्चन ही है, सिंपल। अगे आप करते हैं क्वेश्चन नंबर 2। क्वेश्चन नंबर 2 देखो जी की है, a steel container is sold at 120 rupees cash or 25 as down payment and 25 rupees for 4 months. The rate of interest per annum charge under the installment plan. ਤਾਂ ਕੀ ਇੰਸਟਾਲਮੈਂਟ ਪਲਾਨ ਦੀ ਰੇਟ ਹੈ ਉਹ ਆਪਾਂ ਨੇ ਦੇਖਣੀ ਹੈ। ਹੁਣ ਦੇਖੋ ਜੀ 120 ਰੁਪਏ ਦਾ ਉਹਦਾ ਕੈਸ਼ ਤੇ ਮਿਲਦੀ ਸੀ ਤੇ 25 ਰੁਪਏ ਆਪਾਂ ਨੂੰ ਡਾਊਨ ਪੇਮੈਂਟ ਕਰਤੀ, ਮਤਲਬ ਕਿ ਆਪਾਂ ਦੇ ਕਿੰਨੇ ਰੁਪਏ ਦੇਣੇ ਰਹਿ ਗਏ ਹੋਰ 95। ਤਾਂ 95 ਮੇਰੀ ਕੀ ਹੋਗੀ ਡਿਊ ਅਮਾਊਂਟ। 95 ਮੇਰੀ ਕੀ ਹੋਗੀ ਡਿਊ ਅਮਾਊਂਟ। ਹੁਣ ਮੈਂ 4 ਮੰਥ ਉਹਨੂੰ ਮੈਂ 25 ਰੁਪਏ ਦੇ ਕੇ ਆ ਰਿਹਾ, ਇੰਸਟਾਲਮੈਂਟ ਦੇ ਰਿਹਾ 25 ਰੁਪਏ। ਤਾਂ ਮੈਂ ਕੀ ਪਤਾ ਕਰਨੀ ਹੈ ਰੇਟ, ਮੈਂ ਰੇਟ ਨੂੰ ਸਪੋਜ਼ ਕਰ ਲੂੰਗਾ ਕਿੰਨੀ ਹੈ 8%। ਹੁਣ ਮੈਂ ਕੀ ਪਤਾ ਕਰੂੰਗਾ ਡੈਟ, ਤਾਂ ਡੈਟ ਕੀ ਹੋਊਗਾ ਜੀ ਮੇਰਾ 95 ਤਾਂ ਮੇਰੇ ਕੋਲ ਪ੍ਰਿੰਸੀਪਲ ਸੀਗਾ, ਇਹਦੇ ਉੱਪਰ ਇੰਟਰਸਟ ਕਿੰਨਾ ਲੱਗ ਜੂਗਾ 4R% ਬਾਈ 12। ਉਹੀ ਲਾਇਆ ਜੀ ਮੈਂ, ਇਹ ਮੇਰਾ P ਹੈ, ਇਹ R ਹੈ, ਇਹ ਟਾਈਮ ਹੈ, T ਨੂੰ ਮੈਂ 12 ਤੇ ਡਿਵਾਈਡ ਕਰਤਾ ਤੇ परसेंटेज ਦਾ ਮੈਂ नीचे 100 हटा के परसेंटेज लगा दिया, या मैं नीचे 100 भी लगा सकता, कोई दिक्कत नहीं। तो 1200, तो ये मेरा की हो गया, मेरा डेट हो गया, मैं उन्होंने इन्ने पैसे नैट पे कर। ਹੁਣ ਜਦੋਂ ਮੈਂ ਉਹਨੂੰ 1 ਮਹੀਨੇ ਬਾਅਦ 25 ਰੁਪਏ ਦੇ ਕੇ ਆਊਂਗਾ ਤਾਂ ਉਹਦੇ ਉੱਪਰ ਕੀ ਲੱਗੂਗਾ ਜੀ, ਉਸਦੇ ਉੱਪਰ ਕੀ ਹੈ 3 ਮੰਥ ਦਾ ਕੀ ਲੱਗੂਗਾ ਇੰਟਰਸਟ ਲੱਗ ਜੂਗਾ। ਤਾਂ ਕਿੰਨਾ ਇੰਟਰਸਟ ਲੱਗੂਗਾ ਜੀ 25 ਪ੍ਰਿੰਸੀਪਲ, R 3 है, सॉरी टाइम 3 है, R रेट R है, डिवाइड बाय 100, सॉरी डिवाइड बाय 1200। इन्ना इंटरस्ट लग गया जी 25 का 3R बाय 1200। फिर उन्होंने मैं नैक्सट मंथ 25 दे के आऊँगा, फिर किन्ने का इंटरस्ट लगूगा वो उपर 2 मंथ का इंटरस्ट लगूगा 2R बाय 1200। ਇਹਦਾ मतलब की है मैं जो 25 रुपए दे के आया उसके को इन्ने रुपए आपदे आप आटोमैटिकली पहुँच जाएंगे कदों आफ्टर 3 मंथ्स, क्योंकि इंटरस्ट लग जूगा, इन्ना इंटरस्ट लग जूगा तो उसके को इन्ने पैसे आपदे आप आटोमैटिकली पहुँच गए। ठीक है जी। फिर मैं एट द एंड ऑफ 3 मंथ 25 रुपए दे के आऊँगा, फिर उसके को किन्ने पैसे पहुँच गए 25R बाय 1200। फिर मैं एट द एंड ऑफ 4 मंथ 25 रुपए दे के हूँ ये उपर इंटरस्ट नहीं लगूगा क्योंकि 4 मंथ पूरे हो गए। अपना सारा जो अपना डेट सीगा हो जू क्लीयर हो जू। डेट कितना सीगा 95 प्लस 95 दा 4R बाय 1200। ठीक है जी। तो हमको ये किन्ने बन गए जी टोटल, ये इन्होंने मैं एडअप करूँगा 100 बन गया जी। तो मैं इस चीज़ को हम सॉल्व करदा, ये आ गया जी मेरे को 100 100 प्लस। हम देखो जी 25 तो मेरे को कॉमन आ रहा है, पिछे की बच गया मेरे को R बाय जो 100 है वो भी कॉमन आ रहा है, सॉरी R बाय 1200 कॉमन आ रहा है, R बाय 1200। पिछे की बच गया 3 प्लस 2 प्लस 1 बच गया, यदि वैल्यू की इक्वल है 95 प्लस 95 इंटू 4R बाय 1200। ये किन्ने बन जाएंगे 6 बन जाएंगे अपने को। 6 में मैं मल्टीप्लाई करूँगा 150R बन जाएगा, 150R बाय 1200 इक्वल टू 95 प्लस 95 इंटू 4R बाई 1200। तो हम देखो जी 95 इधर जाके माइनस हो जाऊगा, ये बन जाऊगा 5 तो आ टर्म उधर जाके माइनस हो जाएगा। 95 में 4 ना करांगे 190 380 380R बाय 1200
-150R/12। ਤਾਂ 1200 ਇੱਧਰ ਮਲਟੀਪਲਾਈ ਹੋਈ ਕਿੰਨਾ ਬਣ ਜਾਊਗਾ 6000 ਬਣ ਜਾਊਗਾ, ਇਹ ਬਣ ਜਾਊਗਾ 130R। ਤਾਂ ਮੇਰੇ ਕੋਲ ਰੇਟ ਕਿੰਨੀ ਆ ਗਈ 6000 ਦਾ ਬਾਈ 130। ਠੀਕ ਹੈ ਜੀ, 600/13 ਮੇਰੇ ਕੋਲ ਆंसर है। 13 ਚੌਕ 52, 80 आ गया, 13 5 65, 13 6 78, 46 पॉइंट समथिंग आंसर आऊगा। अगर आप ऑप्शन चेक कर लीजिए, मैंने को चेक कर मुझे कोई गलती हो सकती है। 100 25 रुपये दे गया है पर उसको पहुँच गए 25 का 3 डिवाइड बाय 1200, 25 2R 25 3R 5 6R बन गए 100 95 95 का 4R%, 156 मल्टीप्लाई हो गए, इधर 5 रह गया 95 का मल्टीप्लाई करांगे 180 380R/1200 माइनस 150R/1200। सॉरी इत्थे अपने को माइनस थोड़ा जिहा गलत है जी, पूरी 230 आ जाएगी। तो 0 ना 0 कट गई, आर कितनी आ गई 600/23, 23 दूना 46, 6 बच के 140, 23 चौक 92, 23 5 115, 26 पॉइंट समथिंग आऊगा। ठीक है, 26 का ए ऑप्शन है, ऑप्शन ए अपना किया। ਹੁਣ ਦੇਖੋ ਜੀ, ਇਹ ਕੁਐਸਚਨ ਨੂੰ ਆਪਾਂ ਇੰਨਾ ਲੈਂਥੀ ਨਹੀਂ ਕਰਨਾ, ਇਹ ਤਾਂ ਜਸਟ ਇੱਕ ਆਪਾਂ ਸਮਝ ਰਹੇ ਹਾਂਗੇ, ਤਾਂ ਹੀ ਕਰਕੇ ਆਪਾਂ ਨੂੰ ਇੰਨੀ ਦਿੱਕਤ ਆ ਗਈ। ਨਹੀਂ, ਆਪਣੇ ਦਿਮਾਗ 'ਚ ਸਿੰਪਲ ਕਨਸੈਪਟ ਹੈਗਾ। ਦੇਖੋ ਜੀ, ਕਨਸੈਪਟ ਕੀ ਹੈ ਤੇ ਉਹਦੇ ਨਾਲ ਆਪਾਂ ਇਹਨੂੰ ਇੱਕ ਦੋ ਲਾਈਨ 'ਚ ਆਪਾਂ ਖਤਮ ਕਰਾਂਗੇ ਕੁਐਸਚਨ ਨੂੰ। ਮਤਲਬ ਕਿ ਇਹਨੂੰ ਆਪਾਂ ਇੰਨਾ ਲੈਂਥੀ ਨਹੀਂ ਕਰ ਸਕਦੇ ਜੀ, ਕੁਐਸਚਨ ਇੰਨਾ ਟਾਈਮ ਨਹੀਂ ਹੁੰਦਾ ਐਗਜ਼ਾਮ 'ਚ। ਤਾਂ ਦੇਖੋ, ਡਿਊ ਅਮਾਊਂਟ ਮੇਰੇ ਕੋਲ 95 ਸੀ, ਤਾਂ ਮੇਰੇ ਕੋਲ ਇੰਟਰਸਟ ਕਿੰਨਾ ਬਣ ਜਾਊਗਾ 95 + 95 ਦਾ 4R/1200। ਇੰਨੀ ਚੀਜ਼ ਤਾਂ ਮੈਨੂੰ ਕਲੀਅਰ ਹੈ। ਹੁਣ ਜਦੋਂ ਮੈਂ 25 ਰੁਪਏ ਦੇ ਕੇ ਉਹਨੂੰ ਮੈਂ 4 ਵਾਰ ਦੇ ਕੇ ਆਊਂਗਾ, 4 ਕਿਸ਼ਤਾਂ ਤਾਂ 100 ਰੁਪਇਆ ਤਾਂ ਮੈਂ ਵੈਸੇ ਹੀ ਪਹੁੰਚ ਗਿਆ। ਤਾਂ ਹੁਣ 25 ਦਾ ਹੁਣ ਟੋਟਲ ਕਿੰਨੇ ਮੰਥ ਨੇ ਜੀ 4 ਮੰਥ ਨੇ, ਕਿੰਨੀ ਇੰਸਟਾਲਮੈਂਟ ਨੇ 4 ਇੰਸਟਾਲਮੈਂਟ। ਤਾਂ 25 ਦਾ ਕਿੰਨੇ % ਲਵਾਂਗੇ ਜੀ ਆਪਾਂ 3 + 2 + 1, ਆਪਾਂ 4 ਨੇ ਇੰਸਟਾਲਮੈਂਟ ਤਾਂ ਆਪਾਂ 3 2 1 ਕਿੰਨਾ ਹੋ ਗਿਆ 6 ਨਾਲ ਕਿੰਨਾ ਆ ਜਾਊਗਾ 25 ਦਾ R/12। ਬਸ ਇੱਥੋਂ ਆਪਾਂ ਨੇ R ਦੀ ਵੈਲਿਊ ਪਤਾ ਕਰ ਲੈਣੀ ਹੈ, ਕਿਉਂਕਿ ਆਪਾਂ 25 ਨੂੰ ਆਹ ਜਿਹੜੀ ਚੀਜ਼ਾਂ ਨੇ ਆਪਾਂ ਇੱਕ ਵਾਰ 'ਚ ਲਿਖਾਂਗੇ 3 ਤੇ 2 ਤੇ 6R/1200 ਬਣ ਜਾਊਗਾ। ਤਾਂ ਆਪਾਂ ਇਹਨੂੰ ਸਿੰਪਲ ਸੋਲਵ ਕਰਕੇ ਇੱਥੋਂ R ਦੀ ਵੈਲਿਊ ਫਾਈਂਡ ਕਰਾਂਗੇ। ਇੰਨਾ ਕੀ ਕੰਮ ਹੁੰਦਾ ਜੀ ਸਾਰੇ ਕੁਐਸਚਨ ਦਾ। ਅੱਗੇ ਆਪਾਂ ਕੁਐਸਚਨ ਕਰਾਂਗੇ ਥੋੜਾ ਜਿਹਾ ਫਾਸਟ ਸਪੀਡ ਨਾਲ, ਬਾਕੀ ਆਪਣੇ ਜੋ ਕਨਸੈਪਟ ਹੈ ਉਹ ਕਲੀਅਰ ਹੋ ਜਾਏ, मतलब कि किस तरह एग्जाम च आप करते हैं वो चीज़ क्लीयर हो जाए। क्वेश्चन है जी, फाइंड द एनुअल इंस्टॉलमेंट डेट विल डिस्चार्ज ए डेट ऑफ 12,900 ड्यू इन 4 ईयर 5% पर एनम सिंपल इंटरस्ट। अपन जो ये गिवन है, जो डेट है वो गिवन है सीधा, ये ड्यू अमाउंट नहीं हैगी, डेट ऑफ सीधा अपन डेट गिवन है। लो जी आप सॉल्व कर दिया। मैं की करूँगा जी, इंस्टॉलमेंट में 100x सपोज कर, तो मैं 4 दे के आए इंस्टॉलमेंट, तो मेरे को कितने पैसे दे आए, मैं 400x का दे के आया जी टोटल। हुण 100x के उपर कितने % इंटरस्ट पऊगा 5% की रेट 5%, 5/100 तो किन्ने पहला पऊगा 4 साल, जो मैं पहले साल की इंस्टॉलमेंट होगी उस पर पऊगा मेरा इंटरस्ट 3 साल का, फिर 2 साल का, फिर 1 साल का। तो मेरा जो मेरा डेट है 112,900 वो मेरा की हो जाएगा, क्लीयर हो जाएगा। तो जो मैं इस चीज़ को सॉल्व करूँगा मेरे को बन जाऊगा 6 5 × 6 कितना बन जाऊगा 30 30x 430x 430x की वैल्यू कितनी आ गई 129,000, 0 ना 0 कैंसिल, x कितना आ गया 30 आ गया जी। x 30 है, मैंने वैल्यू पता करनी है 100x की, इतनी बन जाएगी 3000। लो जी ऑप्शन बी आंसर। मतलब कि इस स्पीड ना क्वेश्चन होंगे ने जी ये SI दे सिंपल इंटरस्ट दे बहुत ईजीएस्ट वे है, कॉन्सैप्ट अंडरस्टैंडिंग बहुत जरूरी है क्वेश्चन दे विच। अगे देखो जी क्वेश्चन नंबर 4। हाँ जी, क्वेश्चन नंबर 4 देखो जी की है अपने को, ए वॉशिंग मशीन
cost rupees 10,200 cash down payment. It was bought by paying a down payment of rupees 2,000 and the balance was agreed to be paid in 6 monthly equal monthly installment of rupees 1,500 each. Find the rate of interest. देखो जी इस क्वेश्चन में ਆਪਾਂ ਦੋ ਤਰੀਕੇ ਨਾਲ ਕਰਾਂਗੇ। देखो सब तो पहला अपने को 10,200 का कैश ਤੇ ਮਿਲ ਜੀ 2,000 ਆਪਾਂ ਨੇ ਪੇ ਕਰਤੇ ਪਿੱਛੇ ਆਪਣੇ ਕੋਲ ਕੀ ਬਚ ਗਿਆ 8200 ਬਚ ਗਿਆ 8200 ਕੀ ਹੈ ਆਪਣੇ ਕੋਲ ਡਿਊ ਅਮਾਉਂਟ ਤੇ ਉਹਦੇ ਉੱਪਰ 6 ਮੰਥ ਦਾ ਕੀ ਲੱਗ ਰਿਹਾ ਇੰਟਰਸਟ 6 ਮੰਥ ਚ ਆਪਾਂ ਪੇ ਕੀਤਾ ਤਾਂ ਮੀਨਸ ਜੇ ਆਪਾਂ 6 ਮੰਥ ਦਾ ਆਪਾਂ ਇੰਟਰਸਟ ਦੇਖਾਂਗੇ ਤਾਂ ਕਿੰਨਾ ਹੋ ਜਾਊਗਾ ਆਪਣੇ ਕੋਲੇ 8200 ਦਾ 8200 ਦਾ ਆਪਣੇ ਕੋਲ ਪ੍ਰਿੰਸੀਪਲ ਸੀਗਾ ਇਹਦੇ ਉੱਪਰ ਇੰਟਰਸਟ ਲੱਗ ਜਾਊਗਾ 6 ਮਹੀਨੇ ਦਾ ਰੇਟ ਆਪਾਂ ਆਰ ਸਪੋਜ਼ ਕਰਦੇ ਹਾਂ 6 ਮੰਥ ਇਹਨੂੰ ਆਪਾਂ 12 ਤੇ ਡਿਵਾਈਡ ਕਰਤਾ ਬਾਈ ਕਿੰਨਾ ਆ ਜਾਊਗਾ 100 ਤਾਂ ਇੰਨਾ ਇੰਟਰਸਟ ਲੱਗ ਗਿਆ 6 ਮੰਥ ਦਾ ਹੁਣ ਦੇਖੋ ਜਦੋਂ ਪਹਿਲਾਂ ਆਪਾਂ ਉਹਨੂੰ 1500 ਰੁਪਏ ਪੇ ਕੀਤਾ ਤਾਂ ਕਿੰਨੀ ਵਾਰ ਪੇ ਕੀਤਾ ਜੀ ਆਪਾਂ ਨੇ 6 ਵਾਰ ਪੇ ਕੀਤਾ ਮਤਲਬ ਕਿ 1500 ਗੁਣਾ 6 9000 ਰੁਪਏ ਆਪਾਂ ਨੇ ਪੇ ਕਰਤਾ ਬਟ ਐਕਸਟਰਾ ਵੀ ਤਾਂ ਪੇ ਹੋਊਗਾ ਨਾ ਕੁੱਲ ਹੁਣ ਦੇਖੋ ਜੇ 1500 ਦੇ ਉੱਪਰ ਪਹਿਲਾ ਇੰਟਰਸਟ ਲੱਗੂਗਾ ਕੁੱਲ ਕਿੰਨੀ ਇੰਸਟਾਲਮੈਂਟ ਨੇ 6 ਤਾਂ ਪਹਿਲਾਂ ਜਿਹੜਾ ਇੰਟਰਸਟ ਲੱਗੂਗਾ ਉਹ ਲੱਗੂਗਾ ਆਪਣੇ ਕੋਲੇ 1500 ਦੇ ਉੱਪਰ ਲੱਗੂਗਾ 5 ਮਹੀਨਿਆਂ ਦਾ ਮਤਲਬ ਕਿ ਆਰ ਬਾਈ 100 into 12 ਤਾਂ ਕਾਮਨ ਆਊਗਾ ਤੇ ਇੰਟਰਸਟ ਲੱਗੂਗਾ ਪਹਿਲਾਂ 5 ਮੰਥ ਦਾ ਫਿਰ 4 ਦਾ ਫਿਰ 3 ਦਾ ਫਿਰ 2 ਦਾ ਫਿਰ 1 ਦਾ ਤਾਂ ਇਸ ਤਰੀਕੇ ਨਾਲ ਆਪਣੇ ਕੋਲ ਇੰਟਰਸਟ ਲੱਗ ਰਿਹਾ ਤਾਂ ਦੇਖੋ ਜੀ 2 ਨਾਲ 2 ਜ਼ੀਰੋ ਇੱਧਰ ਕੈਂਸਲ ਹੋ ਗਈ ਇੱਧਰ ਕੈਂਸਲ ਹੋ ਗਈ 15 ਗੁਣਾ 6 9000 ਮਾਈਨਸ 8200 ਆਪਣੇ ਕੋਲ ਪਿੱਛੇ ਬਚ ਗਿਆ 800 ਬਚ ਗਿਆ ਇੱਥੇ ਬਚ ਗਿਆ 15 r ਬਾਈ 12 ਇਹਨੂੰ ਜਦੋਂ ਆਪਾਂ ਐਡ ਕਰਾਂਗੇ ਇਹ ਆ ਜਾਊਗਾ ਆਪਣੇ ਕੋਲੇ 6 6 ਕਿੰਨਾ ਹੋ ਗਿਆ 12 ਤੇ 350 ठीक है जी इस तरीके ਨਾਲ ਆਪਣੇ ਕੋਲੇ ਕੀ ਲੱਗ ਜਾਊਗਾ ਇਹ ਚੀਜ਼ ਆਪਾਂ ਲਿਖ ਲਈ ਪਿੱਛੇ ਕੀ ਬਚ ਗਿਆ ਆਪਣੇ ਕੋਲੇ 82 6r ਬਾਈ 12 ਆ ਚੀਜ਼ ਬਚ ਗਈ ਹੁਣ ਜੋ ਚੀਜ਼ ਕੈਂਸਲ ਹੁੰਦੀ ਆਪਾਂ ਕੈਂਸਲ ਕਰ ਦਿੰਦੇ ਆ ਆਪਾਂ 3 ਤੇ ਕੈਂਸਲ ਕਰਦੇ ਆ 5 ਆ ਗਿਆ 4 ਆ ਗਿਆ ਇਹਨੂੰ ਆਪਾਂ 3 ਤੇ ਕੈਂਸਲ ਕੀਤਾ ਉਰੇ 2 ਆ ਗਿਆ ਉਰੇ 4 ਆ ਗਿਆ ਤਾਂ ਇਹ ਬਚ ਗਿਆ 800 ਪਲੱਸ 75r डिवाइड बाय 4 उरे बच जूगा 164 r बाई 4 तो इधर जाके माइनस हो जूगा 800 इक्वल आ गया अपने को 164 माइनस 75 64 का पूरा कट गया पिछे रह गया 11 तो 89 आ जाए 89 r बाई 4 तो r की वैल्यू आ गई अपने को 800 इंटू 4 बाय 89 जो आप इस चीज़ में जो आप अप्रोक्सीमेशन के अकॉर्डिंग आप जो करिए 89 है उरे 890 के 89 घटावे जो उरे 801 होंगे रिलेटिव टू तो 9 तो कैंसल हो जाता तो 36% अपने को आ जाती रेट आ जाती 36% तो यह अपना आंसर से ਜਾਂ ਆਪਾਂ ਇਸ ਕੁਐਸਚਨ ਨੂੰ ਕਿਵੇਂ ਕਰ ਸਕਦੇ ਹਾਂ ਹੋਰ ਇਹਦਾ ਮੈਥਡ ਦੇਖੋ ਜੀ ਇਹਦਾ ਕਿਉਂਕਿ ਜਿਹੜਾ ਉਹ ਮੈਥਡ ਹੈ ਉਹ ਅੱਗੇ ਜਾ ਕੇ ਕਾਫੀ ਕੁਐਸਚਨਾਂ ਦੇ ਵਿੱਚ ਵੀ ਈਜ਼ੀ ਹੋਊਗਾ ਆਪਣੇ ਕੋਲ ਇੱਕ ਆਪਾਂ ਉਹਦੇ ਨਾਲ ਕੁਐਸਚਨ ਹੋਰ ਕਰਾਂਗੇ ਜੋ ਆਪਾਂ ਪਹਿਲਾਂ ਕਰ ਚੁੱਕੇ ਆਂਗੇ ਉਹਦੇ ਨਾਲ ਉਹ ਕੁਐਸਚਨ ਹੋਰ ਈਜ਼ੀ ਹੋ ਜਾਊਗਾ ਤਾਂ ਆਪਾਂ ਦੇਖਦੇ ਹਾਂ ਜੀ ਅੱਗੇ ਜਾ ਕੇ ਕਾਫੀ ਕੁਐਸਚਨ ਨੇ ਇਹਦੇ ਇੰਸਟਾਲਮੈਂਟ ਦੇ ਤਾਂ ਸਾਰੇ ਮੈਥਡ ਜੋ ਆਪਣੇ ਕੋਲ ਸਿੱਖਣੇ ਕੀ ਹੈ ਬਹੁਤ ਬਹੁਤ ਜ਼ਰੂਰੀ ਨੇ ਤਾਂ ਕਿ ਕਿਸੇ ਵੀ ਜੋ ਕੁਐਸਚਨ ਦੇ ਅਕੋਰਡਿੰਗ ਜੋ ਡਾਟਾ ਗਿਵਨ ਹੁੰਦਾ ਉਹਦੇ ਅਕੋਰਡਿੰਗ ਆਪਾਂ ਨੂੰ ਆਪਣਾ ਜੋ ਮੈਥਡ ਹੈ ਉਹ ਵੇਰੀ ਕਰਨਾ ਪੈਂਦਾ ਤਾਂ ਦੇਖੋ ਮੈਂ ਇਸ ਕੁਐਸਚਨ ਨੂੰ ਹੋਰ ਕਿਵੇਂ ਕਰ ਸਕਦਾ ਮੇਰੇ ਕੋਲ ਪਹਿਲਾਂ ਜੇ ਹੁਣ ਦੇਖੋ ਜੀ ਮੇਰੇ ਕੋਲੇ ਕੁੱਲ 10,200 ਦੀ ਮਸ਼ੀਨ ਸੀ ਮੈਂ 2,000 ਰੁਪਏ ਪੇ ਕਰਤਾ ਪਿੱਛੇ 8200 ਰਹਿ ਗਿਆ ਹੁਣ ਮੈਂ 1500 ਦੀਆਂ 6 ਇੰਸਟਾਲਮੈਂਟ ਪੇ ਕੀਤੀ ਮਤਲਬ ਕਿ 9,000 ਮੈਂ ਪੇ ਕਰਤਾ ਪਿੱਛੇ ਕੀ ਬਚ ਗਿਆ ਜੀ ਮੇਰੇ ਕੋਲੇ 800 ਰੁਪਏ ਮੇਰੇ ਕੋਲ ਮਤਲਬ ਮੈंने ਕੀ ਪੇ ਕੀਤਾ ਇੰਟਰਸਟ ਪੇ ਕੀਤਾ ਹੁਣ ਦੇਖੋ ਜੀ ਇਹ 800 ਰੁਪਏ ਇੰਟਰਸਟ ਕਿਵੇਂ ਆਇਆ ਹੋਊਗਾ देखो पहले मंथ की सीगा अपने को जो मैं 8200 रुपया सी मेरे को सब तो पहला देखो जी पहले मंथ मेरे को किन्नी सीगा पहले मंथ मेरे को जो इंटरस्ट आया है 800 कि तो जो ये इंटरस्ट आया 800 रुपया कितों आया देखो पहले मंथ की सीगा मैं 8200 रुपया पे करना सीगा
ਤਾਂ 8200 रुपये ਜਿਹੜਾ ਸੀਗਾ ਉਹਦੇ ਉੱਪਰ ਕੁਝ ਆਪਣੇ ਕੋਲ ਕੀ ਲੱਗਿਆ ਹੋਊਗਾ, ਇੰਟਰਸਟ ਲੱਗਿਆ ਹੋਊਗਾ 1 ਮਹੀਨੇ ਦਾ। ਫਿਰ ਮੇਰੇ ਕੋਲ ਜਿਹੜਾ ਪ੍ਰਿੰਸੀਪਲ ਸੀਗਾ ਉਹ ਮੇਰੇ ਕੋਲ 1500 रुपया ਘਟ ਕੇ ਕਿੰਨਾ ਰਹਿ ਗਿਆ, 6700 ਰਹਿ ਗਿਆ। ਫਿਰ ਮੇਰੇ ਕੋਲ ਕਿੰਨਾ ਬਾਕੀ ਰਹਿ ਗਿਆ ਜੀ ਪ੍ਰਿੰਸੀਪਲ, 5200 ਰਹਿ ਗਿਆ, क्योंकि 1500 मैं पे कर रहे हैं हर मंथ। फिर मेरे को प्रिंसीपल रह गया 3700 रह गया, फिर बच गया जी प्रिंसीपल 2200, फिर बच गया प्रिंसीपल 800। तो हुण देखो 1500 मैं इत्थे पे करता, उरे 1500 पे करता, उरे 1500 पे करता, उरे 1500 पे करता, 2200 रह गया, उरे 1500 पे करता तो 800 रह गया। तो 700 रुपये मैंने 700 रह गया जी उरे। तो 800 मेरा की सीगा इंटरस्ट सीगा, तो कुल 1500 हो गया, वो पे हो गया। तो हुण देखो जिहड़ा 8200 के उपर 1 मंथ का इंटरस्ट होऊगा, ਇਹਦੇ ਉੱਪਰ ਵੀ 1 ਮੰਥ ਦਾ ਇੰਟਰਸਟ ਹੋਊਗਾ, ਇਹਦੇ ਉੱਪਰ ਵੀ 1 ਮੰਥ ਦਾ ਇੰਟਰਸਟ ਹੋਊਗਾ, ਇਹਦੇ ਉੱਪਰ ਵੀ 1 ਮੰਥ ਦਾ ਇੰਟਰਸਟ ਲੱਗ ਰਿਹਾ, ਇਹਦੇ ਉੱਪਰ 1 ਮੰਥ ਦਾ ਇੰਟਰਸਟ ਲੱਗ ਰਿਹਾ, ਤੇ 700 ਦੇ ਉੱਪਰ ਵੀ 1 ਮੰਥ ਦਾ ਇੰਟਰਸਟ ਲੱਗ ਰਿਹਾ। ਹੁਣ ਜੇ ਮੈਂ ਇਹਨਾਂ ਨੂੰ ਐਡ ਕਰਾਂ 8200 ਤੇ 2200, ਇਹ 10400 ਬਣ ਜਾਊਗਾ, ਇਹ ਵੀ 10400 ਬਣੂਗਾ, ਠੀਕ ਹੈ ਜੀ। ਇਹ ਬਣ ਜਾਊਗਾ 5200 ਤੇ 1 700, 5900। ਤਾਂ ਕੁੱਲ ਕਿੰਨੇ ਬਣ ਗਏ, 9 8 17 1 6 2 26700 ਮੇਰਾ ਟੋਟਲ ਕੀ ਬਣ ਗਿਆ, ਪ੍ਰਿੰਸੀਪਲ ਬਣ ਗਿਆ। मतलब कि मैं कह सकता कि पहला मेरा 8200 का 1 महीने का इंटरस्ट, 6700 का 1 महीने का इंटरस्ट, 5200 का 1 महीने का इंटरस्ट, 3700 का 1 महीने का इंटरस्ट, 2200 का ते 700 का 1 महीने का इंटरस्ट। जो मैं इन्हों के मैं 1 महीने का इंटरस्ट कॉमन निकाल लूँगा, बाकी सारे ऐड हो गए। 26700 का 1 महीने का इंटरस्ट मैं निकाल लूँगा, इनू मैं साल चेंज किया 1/12 करके, आर मेरी रेट सी बाई 100 करता, तो 1 महीने का इंटरस्ट कितना सी मेरे को 800 रुपये, मतलब कि इस अमाउंट। तो हम मेरे को 2 नाल 2 जीरो कैंसल हो गई, आर कितनी आ गई जी मेरे को 800 गुना 12 डिवाइड बाई 267। हूँ जो मैं इस चीज़ को सॉल्व करूँगा तो मेरे को आंसर फिर दोबारा 36% ही आऊगा, अप्रॉक्सीमेशन ला के, ठीक है जी। क्योंकि जो मैं उरे 801 पाला 267 दिया 101 होंगे, 801 होंगे, तो मेरे को आंसर आ जाऊगा, ठीक है जी। 12 दिया 36% अप्रॉक्सीमेट मेरे को आंसर ये बन जाऊगा। तो इस तरीके मैं क्वेश्चन कर सकता। हाँ जी, इस तो अगे देखो जी क्वेश्चन नंबर 5। क्वेश्चन 5 है जी, Bikram borrowed 6450 at 5% simple interest, repayable in 4 equal installment. What will be the annual installment pay by him? तो हम देखो जी विक्रम ने 450 रुपये बोरो किए ने, तो ये तो ਉਹਦੀ होगी ड्यू अमाउंट, तो डेप्ट कितना होगा। ਹੁਣ ਉਹ 4 ਸਾਲ ਦੇ ਵਿੱਚ ਪੈਸੇ ਵਾਪਸ ਕਰ ਰਿਹਾ, ਰੇਟ ਕਿੰਨੀ ਹੈ 5%, ਤਾਂ ਮਤਲਬ ਕਿ 20% ਉਹਦਾ ਇੰਟਰਸਟ ਬਣ ਜਾਊਗਾ। ਇਹਦਾ 20% ਕਿੰਨਾ ਆ ਜਾਊਗਾ 1/5। तो जो मैं इन्हू कैंसल करता उरे आ जाऊगा 1, 12 5 60 4 1290 रुपये। तो जिमें 1290 रुपये मैं ऐड करता, मतलब कि जो मैं 1300 ऐड करता, 7740 रुपये मेरा की बन गया टोटल, ये बन जाऊगा डेट बन जाऊगा। हुण मैं इंस्टॉलमेंट सपोज करना 100x की, तो जो मैं 100x दी 4 इंस्टॉलमेंट पे करता, तो लास्ट इंस्टॉलमेंट से कोई भी अपन जो इंटरस्ट नहीं मिलूगा, इस पर मिलूगा 5% इंटरस्ट, मतलब कि मेरी ये इंस्टॉलमेंट बन जूगी 105 की, ये बन जूगी 110x की, ये बन जूगी 115x की। मतलब कि टोटल जो मेरी कितनी अमाउंट पे करती, मैं 430x मेरी पे हो चुकी। तो x की वैल्यू आ गई 7740/430, कैंसल, उरे आ जाऊगा मेरे को 43 आ गया, पीछे बच गया 434, 43 इंटू कितना हो जाऊगा 8 हो जाऊगा। उरे आ जाऊगा 8 आ जाऊगा। तो एक्स की वैल्यू कितनी आ गई मेरे को 8 आ गई, 18 आ गई। तो मैं वैल्यू पता करनी है 100x की, तो वो आ जाऊगी 1800। तो ये मेरा आंसर है जी 1800 आऊगा उरे। ऑप्शंस गलत ने जी, ऑप्शन बी की है जी बिल्कुल सही आंसर है इस क्वेश्चन। ठीक है जी, अगे देखो जी क्वेश्चन नंबर 6।
क्वेश्चन नंबर 6 है जी, इफ सम ऑफ रुपीज 13040 इज पेड बैक इन टू equal annual installment at 3 and 3/4% per annum, what is the amount of each installment? पहला ਆਪਾਂ ਇਸ ਚੀਜ਼ ਨੂੰ ਸੋਲਵ ਕਰ ਲੈਂਦੇ ਹਾਂ ਕਿ 12 3 15/4 15/400 5 ਤੇ ਕੈਂਸਲ ਕਰੂੰਗਾ 3/80 3/80 ਮੇਰੇ ਕੋਲ ਆ ਗਿਆ, मतलब कि इन्ना इंटरस्ट लगूगा टोटल। तो मतलब कि मेरे को ਇਹਦਾ ਹੋਗੀ ਡਿਊ ਅਮਾਉਂਟ, ਸੌਰੀ ਇਹਦੇ ਵਿੱਚ ਆਪਾਂ ਨੂੰ ਇੰਟਰਸਟ ਨਿਕਾਲਣ ਦੀ ਲੋੜ ਨਹੀਂ ਹੈ ਕਿਉਂਕਿ ਇਹ ਵੈਸੇ ਹੀ ਸਿੰਪਲ ਹੈ ਜੀ, ਕਿਉਂਕਿ 13040 ਹੀ ਵਾਪਸ ਕਰਨੇ ਨੇ ਆਪਾਂ ਨੇ। ਇਹ ਮੇਰਾ ਕੀ ਹੈ, ਇਹਨੂੰ ਕੀ ਬੋਲੂੰਗਾ ਮੈਂ, ਡੈਟ ਬੋਲ, ਠੀਕ ਹੈ ਜੀ। ਇਹ ਮੇਰਾ ਡੈਟ ਹੈ ਪਹਿਲੇ, ਇਹ ਮੈਨੂੰ ਗਿਵਨ ਹੈ ਇਸ ਕੁਐਸਚਨ ਦੇ ਵਿੱਚ ਪਹਿਲੇ 13040। ਹੁਣ ਮੈਂ ਇੰਸਟਾਲਮੈਂਟ ਕੀ ਸਪੋਜ਼ ਕਰੂੰਗਾ, ਇਹ ਚੀਜ਼ ਦੇਖਣ ਵਾਲੀ ਹੈ ਇਸ ਕੁਐਸਚਨ ਦੇ ਵਿੱਚ। देखो जी, मैं जो इस चीज़ में सॉल्व किया मेरे को आ जाऊगा 12 3 15/400, मैं कैंसल किया 5 तो 3 बाई कितना आ गया 80 आ गया। तो मैं इंस्टॉलमेंट सपोज करूँगा 80x, दूजी मेरी 80x आऊगी। मैनू ये तो मैं एट द एंड ऑफ 2 ईयर मैं पे की है, ये उपर मैनू कुछ भी नहीं मिलना है। इसका मैनू की है भी 3% सॉरी 80 जो मैं पे करदा तो वो उपर कितना इंटरस्ट है 3 इंटरस्ट है। तो मेरी ये कितनी बन जूगी 83x बन जूगी। तो कुल मेरी कितनी बन गई 163x बन गई। ਇਹਦੀ वैल्यू कितनी है 13040। तो x की वैल्यू कितनी आ गई 163 नीचे आ गया। हुण जो मैं डिवाइड करता मैंने वैल्यू पता करनी है 80x की, तो ये मेरा कैंसल होगा आई थिंक 163 ਦੇ ਪਿੱਛੇ 8 ਨਾਲ 4 ਆ ਸਕਦਾ, ਤਾਂ आई थिंक 8 ਤੇ कैंसिल हो सकता, 8 ਤੇ 24 50 आ गया बिल्कुल जी। तो उरे कैंसिल होकर कितना आ गया 8 आ गया। 80 एक्स की वैल्यू कितनी आ गई 80 आ गई। तो मेरी इंस्टॉलमेंट कितनी सी 80x, तो मेरी इंस्टॉलमेंट कितनी बन जूगी 80 × 80 6400 रुपीज़। 6400 रुपीज़ मेरा आंसर सही है। ऑप्शन ये कोई भी गल ठीक नहीं है क्योंकि ये कुछ ऑप्शन हो सकता है टाइपिंग एरर होया होया, ऑप्शनस ऊपर नीचे हुई ने जी, किसी ना किसी क्वेश्चन की ऑप्शनस गलत एडिट हो गई, मतलब कि तुम एक ऑप्शन सी नू ऐड कर सकते हो 66400। ठीक है जी, तो सी आंसर है बिल्कुल सही है जी। अगे देखो जी क्वेश्चन नंबर 7। क्वेश्चन नंबर 7 है जी, सुल्तान टुक ए लोन फ्रॉम द बैंक एट द 8% पर एनम एंड वाज सपोज टू पे ए सम ऑफ 2240 एट द एंड ऑफ 4 ईयर। If the same sum is cleared off in 4 equal installment at the same rate, then the amount of annual installment will be। देखो जी किमें करांगे इस क्वेश्चन में, 2240 तो अपने को दे रखी है इन्होंने डेट, तो आप इंस्टॉलमेंट सपोज कर लाँगे 100x। तो मैं वही दोबारा सेम रूल अप्लाई करूँगा, मेरी लास्ट इंस्टॉलमेंट जो 100x होगी, उस तो पहला वाली भी कितनी होगी 100x होगी, बट वो एक साल का 8% इंटरस्ट ला के कितनी बन जूगी 108x की बन जूगी। हैगी तो 100x है बट 108x उसके कोल पहुँच जाए क्योंकि 8% इंटरस्ट लग जू 1 साल का। उरे बन जूगा जी 116, उरे बन जूगा 124। तो टोटल किन्ने हो गए जी 24 ते 16 40 48 448x होगी जी टोटल मेरे को इक्वल टू 2240। एक्स की वैल्यू कितनी आ जूगी 448 से आप डिवाइड करा 4 ते कैंसल पहला मैं करदा जी इनू 24 आ गया 4 6 24 0, उरे आ जूगा 2 2 2 2 ते कैंसल करूँगा जी इनू मैं सॉरी इनू मैं 4 ते कैंसल करूँगा 112 होगा 112। तो हुण सिंपल है जी बिल्कुल, कितना आ गया इनू कैंसल करके 50 आ गया क्योंकि 56 से कैंसल करूँगा और 10 आ जू नीचे 2 आ जूगा 5 आ जूगा सॉरी एक्स कली एक्स 5 आ गई। तो मेरी इंस्टॉलमेंट कितनी आप की 100x तो कितनी बन जूगी 500। तो मेरे अकॉर्डिंग जी सोनू शायद कॉन्सैप्ट समझ लग गया होगा, बहुत ईजी क्वेश्चन है, कॉन्सैप्ट मेन चीज़ है। नैक्सट देखो जी क्वेश्चन नंबर 8। क्वेश्चन 8 है जी, ए सम ऑफ ₹2 इज लेंट टू पेड बैक इन 3 इक्वल मंथली इंस्टॉलमेंट ऑफ ₹1 ईच, फाइंड द रेट परसेंट। देखो जी इस क्वेश्चन को आप इस तरीके करा, आपने 3 मंथली इंस्टॉलमेंट के पे किया, मतलब कि आपने ₹2 का
अपना प्रिंसीपल सीगा 3 की हो गया, ਆਪਾਂ ਨੇ हर महीने 1 रुपया पे किया तो 3 महीने पे किया तो ਆਪਾਂ ਨੇ कुल किन्ने पे करते, ਆਪਾਂ 3 रुपये पे करते तो मतलब कि इंटरस्ट कितना आ गया 1 रुपया इंटरस्ट आ गया। ठीक है जी। हुण 1 रुपया इंटरस्ट किवें होया, तो देखो पहले साल जिहड़ा मेरा प्रिंसीपल सी कितना सीगा 2 रुपये सीगा प्रिंसीपल, नैक्सट ईयर प्रिंसीपल कितना हो जाऊगा 1 रुपया हो जाऊगा, आही चीज़ है जी। तो लास्ट में ਆਪਾਂ ਨੇ 1 रुपया दोबारा पे करता, आ मेरा की सीगा इंटरस्ट सीगा, आही चीज़ हुई है जी। मतलब कि पहला 2 रुपये के उपर कुछ इंटरस्ट लग्या होगा, फिर 2 रुपये के उपर 1 मंथ का इंटरस्ट लग्या होगा, फिर मेरी जी प्रिंसीपल सी मेरा 1 रुपया बन गया, ये उपर 1 मंथ का इंटरस्ट लग्या होगा, मतलब कि कुल 2 रुपये के उपर 1 मंथ का इंटरस्ट, तो कितना होगा जी। फिर उस तो बाद 1 रुपये के उपर 1 मंथ का इंटरस्ट, तो मैं इसनों कंबाइन करके 1 मंथ का इंटरस्ट कॉमन कड्ढां तो मेरे को बन जूगा भी 3 रुपये के उपर 1 मंथ का इंटरस्ट लग रहा है। 1/12 रेट कितनी है मेरी आर है, डिवाइड बाय 100, तो इंटरस्ट लग्या कि 1 रुपया इंटरस्ट लग गया, उरे आ गया जी 4, तो रेट कितनी होगी 400 मल्टीप्लाई हो जू इधर जाके 400% की होगी रेट। ठीक है जी। इस तरीके आप इन्होंने क्वेश्चन बहुत ईजिली कर सकते हैं। होर देखो जी, जे मैं इस क्वेश्चन में मैं चाह इस तरह भी कर सकता, वैसे वो मेरे करने की लोड़ नहीं, लेंथी हो जाऊगा जी। 2 रुपये की सी डेट सी, तो 2 रुपये के उपर 3 मंथ का इंटरस्ट कितना बन जू मेरे को 2 + 3r/1200। ठीक है जी। इन्ना इंटरस्ट लगूगा, तो हुण इधरों मैं 3 मंथली इंस्टॉलमेंट पे किए 1 रुपये दी, तो जो मैं 1 रुपया पे किया, फिर 1 किया, फिर 1 किया, ये उपर तो मेरा इंटरस्ट बनता नहीं, ये उपर मेरा इंटरस्ट बनूगा 2 महीनों का इस 1 के उपर, मतलब कि 2r/1200, सॉरी ये उपर मेरा 1 मंथ का बनूगा, ये तो मेरा 2 मंथ का बनया, ये तो बनूगा 1 मंथ का, तो प्लस की कर दूंगा 1r/1200, तो ये कितना बन जूगा 3 - 2 कितना आ गया 1 आ गया, 1 + 1 × 2r + 1r, ये बन जूगा 3r/1200, इधर आ जूगा 6r/1200, तो 3r इधर जाके माइनस हो जूगी, बच जूगा 3r/1200 इक्वल टू 1, पूरे कितना आ गया 400 आ गया, आर कितना आ गया मेरे को 400% आ गया, ये मेरा आंसर है जी ऑप्शन ए। तो कोई भी क्वेश्चन होगा इस तरीके का ये आप कर सकते हैं। एक वो क्वेश्चन अपने को आता है काफ़ी एग्जाम के कि 1 रुपया आप 1 रुपये की आप इंस्टॉलमेंट पे कर देंगे पूरा साल, मतलब कि 11 इंस्टॉलमेंट पे कर दें, वो क्वेश्चन देखते हैं। क्वेश्चन नंबर 9 है जी वो, अगे देखो जी क्वेश्चन नंबर 9। हाँ जी, क्वेश्चन नंबर 9 है जी अपने को, ए सम ऑफ ₹10 इज लेंट टू बी रिटर्नड इन 11 मंथली इंस्टॉलमेंट ऑफ ₹1 ईच, इंटरस्ट बीइंग सिंपल, द रेट ऑफ इंटरस्ट इज। देखो जी इस क्वेश्चन भी आप उसी तरीके ना करांगे। देखो जी कुल आप 10 रुपये लए ने, तो आप 11 मंथ दियाँ 11 मंथली इंस्टॉलमेंट दे दी 1 रुपये दी, तो आप किन्ने रुपये आप कुल दे दे, आप देते उन्होंने 11 रुपये, तो 1 रुपया आपने एक्सट्रा देता, वही अपना की है इंटरस्ट। तो हुण आप देखना भी 1 रुपया किस अमाउंट का इंटरस्ट है, तो पहले साल जो प्रिंसीपल कितना होगा जी 10 रुपये होगा, फिर प्रिंसीपल होगा 9 होगा, फिर प्रिंसीपल 8 है, फिर 7 है, फिर 6 5 4 3 2 1, तो ये अपना की है प्रिंसीपल ने सारे। तो कुल कितनी इंस्टॉलमेंट हो गई 9 तो 10 इंस्टॉलमेंट हो गई, तो लास्ट च अपना 1 रुपया की पे करता इंटरस्ट पे करता। तो हुण ये उपर ये आ प्रिंसीपल जिहड़ा होगा 10 रुपये, ये भी 1 मंथ वास्ते है, ये भी 1 मंथ लई है, ये भी 1 मंथ लई है, तो सारे प्रिंसीपल 1 मंथ लई ने। तो 10 रुपये का 1 मंथ का इंटरस्ट कितना हो गया, प्लस 9 का 1 मंथ का इंटरस्ट, प्लस 8 का 1 मंथ का इंटरस्ट। तो आप इहदा विचों जे सब नूं ऐड कर दईए, उहदा 1 मंथ का इंटरस्ट निकाल लांगे तां भी सेम आऊगा जी। तो आप की करांगे इन्हां सब नूं ऐड करदे आं, ये हुंदा 55। 55 का 1 मंथ का इंटरस्ट कितना है 1 रुपया जी, तो रेट कितनी होगी 1/12 r/100। ठीक है जी। तो आर कितनी आ गई 1200 डिवाइड बाय 55, 5 से कैंसल किया 11 आ गया, 5 से कैंसल किया 40, 2 4 0 240/11 आ गया। तो जो मैं इन्हूं सॉल्व करूँगा 11 दूना 22 20 आ गया, 11 एकम 11 9/11, तो 21 सही 9/11 आंसर आ जाएगा, ऑप्शन डी आंसर।
ਤਾਂ ਜੀ ਇਹ 9 ਕੁਐਸਚਨ ਨੇ ਜਿਹੜੇ ਕਿ ਆਪਾਂ ਸਿੰਪਲ ਇੰਟਰਸਟ ਦੇ ਕੀਤੇ ਨੇ, ਠੀਕ ਹੈ ਜੀ। ਇਸ ਤੋਂ ਇਲਾਵਾ ਕੁਛ ਵੀ ਮਤਲਬ ਕਿ ਕਨਸੈਪਟ ਆਪਣੇ ਨਾਲ, ਇਸ ਚੀਜ਼ ਨਾਲ ਆਪਣਾ ਕਨਸੈਪਟ ਕਲੀਅਰ ਹੋ ਜਾਂਦਾ ਹੈ ਕਿ ਸਿੰਪਲ ਇੰਟਰਸਟ ਲੱਗਦਾ ਕਿਵੇਂ ਹੈ ਅਤੇ ਕਿਵੇਂ ਆਪਾਂ ਕੁਐਸਚਨ ਸੋਲਵ ਕਰਨਾ। ਤਾਂ ਇਸ ਤੋਂ ਬਾਅਦ ਆਪਾਂ ਇੱਕ ਕੰਪਾਊਂਡ ਇੰਟਰਸਟ ਦੀ ਜੋ ਵੀਡੀਓ ਹੋਊਗੀ ਇੰਸਟਾਲਮੈਂਟ ਦੀ, ਉਹ ਕਰਾਂਗੇ ਜੀ ਆਪਾਂ। ਥੈਂਕ ਯੂ।